जुग जुग अटल सदगुरु। कलयुग के बोएत नाम के जहाज, धुर की बाणी मौजूदा सदगुरु। शब्द गुरु श्री गुरु ग्रंथ साहिब जी महाराज जी दी पावन हजूरी दा आनंद माण रहे गुरु प्यारे। गुरु सवारी परम सत्कारयोग सरबत साध संगत जीओ। आवड़ भागे हो जो परम गुरुदेव ਜ਼ਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਨਾਨਕ ਪਿਆਉ ਸਾਹਿਬ ਵਿਖੇ ਹਾਜ਼ਰੀਆਂ ਭਰਦਿਆਂ ਹੋਇਆਂ ਸਤ ਸੰਗਤ ਕਰਦਿਆਂ ਹੋਇਆਂ ਆਪਣੇ ਜੀਵਨ ਦੇ ਵਿੱਚੋਂ ਸਮੇਂ ਨੂੰ ਸਫਲ ਕਰ ਰਹੇ ਹੋ। ਜੋ ਆਪ ਜੀ ਨੇ ਗੁਰੂ ਸਾਹਿਬਾਂ ਦੇ ਵਜ਼ੀਰ ਪਾਸੋਂ ਪੱਟਾਂ ਦੀ ਸਵਈਆਂ ਅੰਦਰ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਉਸਤਤੀ ਦੇ ਵਿੱਚ ਜੋ ਭੱਟ ਗੁਰੂ ਸਾਹਿਬਾਂ ਦਾ ਜਸ ਕਰ ਰਹੇ ਹਨ, ਵਡਿਆਈ ਕਰ ਰਹੇ ਹਨ। ਗੁਰੂ ਸਾਹਿਬਾਂ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿਵੇਂ ਕਲਯੁਗੀ ਜੀਵਾਂ ਉੱਤੇ ਬਖਸ਼ਿਸ਼ ਕੀਤੀ, ਮਾਰਗ ਦਰਸ਼ਨ ਕੀਤਾ, ਔਰ ਜਿਵੇਂ ਜੀਵਾਂ ਦਾ ਉਧਾਰ ਕੀਤਾ, ਦਲਿੱਦਰ ਦੂਰ ਕੀਤੇ, ਰੋਗ ਦੂਰ ਕੀਤੇ, ਜੋ ਛੂਤ ਛਾਤ ਦਾ ਭਰਮ ਭੇਦ ਬਣਿਆ ਹੋਇਆ ਸੀ, ਕਰਮ ਕਾਂਡ ਸੰਸਾਰ ਦੇ ਵਿੱਚ ਜੋ ਪ੍ਰਚਲਿਤ ਸਨ, ਮਨੁੱਖ ਤੋਂ ਹੀ ਮਨੁੱਖ ਜਿਵੇਂ ਨਫ਼ਰਤ ਕਰ ਰਿਹਾ ਸੀ, ਈਰਖਾ ਦੇ ਵਿੱਚ ਫਸਿਆ ਹੋਇਆ ਸੀ, ਊਚਤਾ ਨੀਚਤਾ ਦਾ ਜੋ ਭਰਮ ਭੇਦ ਸੀ, ਉੱਚੀਆਂ ਜਾਤਾਂ ਵਾਲੇ ਜਿਵੇਂ ਨੀਵੀਆਂ ਜਾਤਾਂ ਤੋਂ ਘਿਰਣਾ ਕਰਦੇ ਸਨ, ਔਰ ਜਿਵੇਂ ਸਤਿਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਤੀ ਦੀ ਰਸਮ ਦੇ ਵਿਰੁੱਧ ਜਿਵੇਂ ਸੰਸਾਰ ਦੇ ਵਿੱਚ ਬਹੁਤ ਇਹ ਭੈੜੀ ਰੀਤ ਪ੍ਰਚਲਿਤ ਸੀ, ਕਿਸੇ ਦਾ ਖਸਮ ਮਾਲਕ ਮਰ ਜਾਵੇ ਨਾਲ ਹੀ ਇਸਤਰੀ ਨੂੰ ਸਤੀ ਹੋਣਾ ਪੈਂਦਾ ਸੀ। ਸਤਿਗੁਰੂ ਅਮਰਦਾਸ ਜੀ ਮਹਾਰਾਜ ਨੇ ਡੰਕੇ ਦੀ ਚੋਟ 'ਤੇ ਇਸ ਦੇ ਵਿਰੁੱਧ ਆਵਾਜ਼ ਉਠਾਈ, ਸੰਘਰਸ਼ ਜਾਰੀ ਕੀਤਾ, ਔਰ ਇਹ ਇਸਤਰੀ ਜਾਤੀ ਵਾਸਤੇ ਬੜੀ ਮਾਣ ਦੀ ਗੱਲ ਹੈ ਜੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕਰਕੇ ਇਸ ਦੀ ਉੱਚਤਾ ਵਾਸਤੇ ਗੁਰੂ ਸਾਹਿਬਾਂ ਨੇ ਆਵਾਜ਼ ਉਠਾਈ। ਔਰ ਇਹ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੀ ਵਡਿਆਈ ਕਰਦਿਆਂ ਹੋਇਆਂ ਭੱਟ ਸਵਈਆਂ ਦੇ ਅੰਦਰ ਬਿਆਨ ਕਰਦੇ ਹਨ, ਹੇ ਸਤਿਗੁਰੂ ਅਮਰਦਾਸ ਜੀ ਮਹਾਰਾਜ, ਤੁਹਾਡੀ ਉਪਮਾ ਇੰਨੀ ਹੈ, ਤੁਹਾਡੀ ਵਡਿਆਈ ਇੰਨੀ ਹੈ ਕਿ ਇਸ ਰਸਨਾ ਦੇ ਨਾਲ ਜਿੰਨਾ ਵੀ ਜਸ ਕੀਤਾ ਜਾਵੇ, ਜਿੰਨੀ ਵੀ ਤੁਹਾਡੀ ਉਪਮਾ ਕੀਤੀ ਜਾਵੇ, ਉਨੀ ਹੀ ਥੋੜ੍ਹੀ ਹੈ। ਇਹ ਤੁਹਾਨੂੰ ਹੀ ਬਣ ਆਉਂਦੀ ਹੈ। ਸੰਸਾਰ ਦੇ ਵਿੱਚ ਆ ਭਾਵੇਂ ਅੱਜ ਕੱਲ੍ਹ ਅਨੇਕਾਂ ਜੋ ਵਿਗਿਆਨਕ ਤਰੀਕੇ ਨਿਕਲੇ ਹੋਏ ਹਨ, ਉਹਨਾਂ ਦੇ ਨਾਲ ਆਕਾਸ਼ ਦੇ ਵਿੱਚੋਂ ਵਰਖਾ ਦੀਆਂ ਬੂੰਦਾਂ ਨੂੰ ਕੋਈ ਗਿਣ ਲਵੇ, ਰਵ ਸੱਸ ਕਿਰਨ, ਸੂਰਜ ਦੀਆਂ ਕਿਰਨਾਂ ਦੀ ਕੋਈ ਗਿਣਤੀ ਕਰ ਲਵੇ, ਚੰਦਰਮਾ ਦੀਆਂ ਕਿਰਨਾਂ ਦੀ ਕੋਈ ਗਿਣਤੀ ਕਰ ਲਵੇ, ਕੋਈ ਗੰਗਾ ਦੇ ਪਾਣੀ ਦਾ ਪਾਰਾਵਾਰ ਪਾ ਲਵੇ, ਰਵ ਸੱਸ ਕਿਰਨ ਉਧਰ ਸਾਗਰਿਕ, ਕੋਈ ਸਾਗਰ ਨੂੰ ਕੋਈ ਸਮੁੰਦਰ ਨੂੰ ਨਾਪ ਲਵੇ, ਗੰਗ ਤਰਾਂਗੇ ਅੰਤ ਕੋ ਪਾਵੈ, ਕੋਈ ਗੰਗਾ ਦੀਆਂ ਤਰੰਗਾਂ ਦਾ ਕੋਈ ਪਾਰਾਵਾਰ ਪਾ ਲਵੇ, ਕੋਈ ਗਿਣਤੀ ਮਿਣਤੀ ਕਰ ਲਵੇ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨਾ ਜੋ ਗਾਵੈ। ਇਹ ਭਲ ਭੱਟ ਕਹਿੰਦਾ ਹੈ, ਹੇ ਸਤਿਗੁਰੂ ਮਹਾਰਾਜ ਜੀ, ਮੈਨੂੰ ਤਾਂ ਬਸ ਇਹੋ ਹੀ ਗਿਆਨ ਪ੍ਰਾਪਤ ਹੋਇਆ ਹੈ। ਆਪ ਜੀ ਦੇ ਦਰਸ਼ਨ ਕਰਦਿਆਂ ਔਰ ਆਪ ਜੀ ਦੀ ਉਸਤਤੀ ਸ਼ਰਵਣ ਕਰਦਿਆਂ ਸੰਸਾਰ ਦੇ ਵਿੱਚ ਜਿਵੇਂ ਤੁਸੀਂ ਕਲਯੁਗੀ ਜੀਵਾਂ ਦਾ ਉਧਾਰ ਕੀਤਾ,
ਉਹਨਾਂ ਦੇ ਦੁੱਖਾਂ ਦੀ ਨਿਵਰਤੀ ਕੀਤੀ, ਉਹਨਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਵਿਗਿਆਨਕ ਤਰੀਕਿਆਂ ਦੇ ਨਾਲ ਇਹਨਾਂ ਦਾ ਤਾਂ ਭਾਵੇਂ ਕੋਈ ਪਾਰਾਵਾਰ ਪਾ ਲਵੇ, ਪਰ ਤੁਹਾਡੀ ਉਪਮਾ ਜਿਹੜੀ ਹੈ, ਵਡਿਆਈ ਜਿਹੜੀ ਹੈ, ਇਹਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਮੈਨੂੰ ਤਾਂ ਆਪ ਜੀ ਦੀ ਉਸਤਤੀ ਕਰਦਿਆਂ ਹੋਇਆਂ ਇਹੋ ਹੀ ਬਣ ਆਇਆ ਹੈ, ਮੇਰਾ ਸੀਸ ਤੁਹਾਡੇ ਚਰਨਾਂ ਦੇ ਵਿੱਚ ਝੁਕਦਾ ਹੈ। ਤੁਹਾਡੀ ਉਪਮਾ ਇੰਨੀ ਹੈ, ਜਿੰਨੀ ਵੀ ਕੀਤੀ ਜਾਵੇ ਉਨੀ ਹੀ ਥੋੜ੍ਹੀ ਹੈ। ਅਤੇ ਕਰਦਿਆਂ ਕਰਦਿਆਂ ਇਸ ਸੰਸਾਰ ਦੇ ਜੀਵ ਵਡਿਆਈ ਕਰਦਿਆਂ ਥੱਕ ਜਾਣਗੇ, ਪਰ ਤੁਹਾਡੀ ਉਪਮਾ ਖਤਮ ਹੋਣ ਵਾਲੀ ਨਹੀਂ ਹੈ। ਤੁਹਾਡੇ ਗੁਣ ਖਤਮ ਹੋਣ ਵਾਲੇ ਨਹੀਂ ਹਨ। ਜਿਹੜਾ ਵੀ ਤੁਹਾਡੇ ਉਪਦੇਸ਼ਾਂ ਨੂੰ ਮੰਨ ਲਵੇਗਾ, ਉਹਦਾ ਹੀ ਇਸ ਭਵ ਸਾਗਰ ਤੋਂ ਨਿਸਤਾਰਾ ਹੋ ਜਾਵੇਗਾ। ਮੈਂ ਦੇਖਿਆ ਹੈ, ਮੇਰਾ ਚਿੱਤ ਕਰਦਾ ਹੈ, ਪਟ ਕਹਿੰਦਾ ਹੈ, ਫਰਮਾਨ ਕਰਦਾ ਹੈ, ਸਤਿਗੁਰੂ ਅਮਰਦਾਸ ਜੀ ਮਹਾਰਾਜ, ਚਿਤ ਚਿਤਵਾ ਅਰਦਾਸ ਕਰੋ, ਪਰ ਕਹਿ ਪੀ ਨ ਸਕੋ, ਸਰਬ ਚਿੰਤ ਤੁਧ ਪਾਸ, ਸਾਧ ਸੰਗਤ ਹਾਂ ਤਕੋ। ਹੇ ਗੁਰੂ ਅਮਰਦਾਸ ਜੀ ਮਹਾਰਾਜ, ਮੈਂ ਚਿੱਤ ਵਿੱਚ ਸੋਚਦਾ ਹਾਂ ਕਿ ਇੱਕ ਬੇਨਤੀ ਆਖਾਂ, ਅਰਦਾਸ ਕਹੋ। ਚਿੱਤ ਕਰਦਾ ਹੈ ਤੁਹਾਡੇ ਚਰਨਾਂ ਦੇ ਵਿੱਚ ਅਰਦਾਸ ਕਰਨ ਵਾਸਤੇ, ਪਰ ਮੈਂ ਆਖ ਵੀ ਨਹੀਂ ਸਕਦਾ, ਪਰ ਕਹਿ ਵੀ ਨਾ ਸਕੋ। ਹੁਣ ਇੱਥੇ ਵਿਚਾਰ ਵਾਲੀ ਗੱਲ ਹੈ, ਪ੍ਰਸ਼ਨ ਚਿੰਨ੍ਹ ਹੈ ਕਿ ਭੱਟ ਕਿਉਂ ਕਹਿ ਰਹੇ ਹਨ ਕਿ ਮੈਂ ਚਿੱਤ ਵੀ ਕਰਦਾ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਾਂ, ਪਰ ਮੈਂ ਆਖ ਵੀ ਨਹੀਂ ਸਕਦਾ। ਇਹ ਕਿਉਂ ਭੱਟ ਕਹਿ ਰਹੇ ਹਨ? ਇਸ ਕਰਕੇ ਕਹਿੰਦੇ ਹਨ, ਹੇ ਸਤਿਗੁਰੂ ਮਹਾਰਾਜ ਜੀ, ਸਰਬ ਚਿੰਤ ਤੁਧ ਪਾਸ, ਸਾਧ ਸੰਗਤ ਹਾਂ ਤੱਕੋਂ। ਮੈਂ ਜਦੋਂ ਦੇਖਦਾ ਹਾਂ ਨਾ, ਤੁਸੀਂ ਬਿਨਾਂ ਕਹਿਆਂ ਤੋਂ ਹੀ, ਬਿਨਾਂ ਬੇਨਤੀਆਂ ਕੀਤਿਆਂ ਤੋਂ ਹੀ ਸਾਰਿਆਂ ਦੇ ਹਿਰਦੇ ਦੀ ਜਾਣਦੇ ਹੋ, ਘੜ ਘੜ ਕੇ ਜਾਣਨਹਾਰ ਹੋ, ਅਤੇ ਜੋ ਵੀ ਤੁਹਾਡੀ ਹਜ਼ੂਰੀ ਵਿੱਚ ਚੱਲ ਕੇ ਆ ਜਾਂਦਾ ਹੈ, ਤੁਸੀਂ ਸਾਰੇ ਉਸ ਦੇ ਫਿਕਰ, ਸਾਰੀਆਂ ਚਿੰਤਾਵਾਂ ਤੁਸੀਂ ਦੂਰ ਕਰ ਦਿੰਦੇ ਹੋ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਸਾਰੀਆਂ ਚਿੰਤਾਵਾਂ ਤੁਸੀਂ ਦੂਰ ਕਰ ਦਿੰਦੇ ਹੋ, ਉਸ ਨੂੰ ਕੋਈ ਫਿਕਰ ਨਹੀਂ ਰਹਿਣ ਦਿੰਦੇ। ਤੁਹਾਡੇ ਦਰਬਾਰ 'ਤੇ ਆਉਂਦਿਆਂ ਹੀ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ, ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ। ਬੜਾ ਸੁੰਦਰ ਫਰਮਾਨ ਹੈ ਭੱਟਾਂ ਦਾ। ਉਹ ਕਹਿੰਦੇ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰੂ ਕਹਿਓ ਵਿਚਾਰੇ। ਲੋਹੇ ਤਾਂ ਸਤਿਗੁਰੂ ਮਹਾਰਾਜ ਜੀ ਉਸ ਨੂੰ ਇੰਨਾ ਕੀਮਤੀ ਬਣਾ ਦਿੰਦੇ, ਲੋਹੇ ਵਰਗੇ ਜੀਵਨ ਤੋਂ। ਜਿਸ ਮਨੁੱਖ ਦੇ ਉੱਤੇ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੀ ਦ੍ਰਿਸ਼ਟੀ, ਗੁਰੂ ਸਾਹਿਬਾਂ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਲੋਹੇ ਵਰਗੇ ਜੀਵਨ ਤੋਂ, ਭਾਵ ਨਿਕੰਮੇ ਜੀਵਨ ਤੋਂ, ਪਾਪਾਂ ਵਿੱਚ ਖਚਿਤ ਹੋਏ ਜੀਵਨ ਤੋਂ ਉਸ ਨੂੰ ਲਾਲ ਬਣਾ ਦਿੰਦੇ ਹਨ। ਲਾਲ ਉਹਦਾ ਜੀਵਨ ਸ਼ੁੱਧ ਕਰ ਦਿੰਦੇ ਹਨ, ਕੰਚਨ ਵਰਗਾ ਕਰਦੇ ਹਨ। ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਜਦੋਂ ਸਤਿਗੁਰੂ ਦੀ ਮਿਹਰਾਂ ਦੀ ਨਦਰ ਹੁੰਦੀ ਹੈ। ਇਸ ਕਰਕੇ ਹੀ ਸਤਿਗੁਰੂ ਮਹਾਰਾਜ ਜੀ, ਮੇਰਾ ਚਿੱਤ ਕਰਦਾ ਹੈ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨ ਨੂੰ, ਪਰ ਮੈਂ ਕੀ ਕਹਾਂ, ਤੁਸੀਂ ਤਾਂ ਜਾਣਦੇ ਹੋ, ਤੁਸੀਂ ਪਤਾ ਨਹੀਂ ਮੇਰੇ 'ਤੇ ਕਿੰਨੀ ਕੁ ਬਖਸ਼ਿਸ਼ ਕਰੋ, ਕਿੰਨੀ ਕੁ ਰਹਿਮਤ ਕਰਨ ਵਾਲੇ ਹੋ, ਅਤੇ ਮੈਂ ਤੁਹਾਡੇ ਕੋਲੋਂ ਇੱਕ ਛੋਟੀ ਜਿਹੀ ਬੇਨਤੀ ਕਰਾਂ। ਤੁਸੀਂ ਤਾਂ ਸਮੁੰਦਰ ਹੋ, ਦਇਆ ਦੇ ਸਮੁੰਦਰ ਹੋ, ਸਾਰੀਆਂ ਦਾਤਾਂ ਦੇਣ ਵਾਲੇ ਹੋ। ਇਸ ਕਰਕੇ ਮੈਂ ਕਿਹੜੀ ਕਿਹੜੀ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਾਂ। ਤੁਸੀਂ ਤਾਂ ਹਰ ਮਨੁੱਖ ਦੀ, ਹਰ ਜੀਵ ਦੀ ਹਿਰਦੇ ਦੀ ਗਾਥਾ ਨੂੰ ਜਾਣਨਹਾਰ ਹੋ। ਤੁਸੀਂ ਤਾਂ ਨਿਕੰਮੇ ਜੀਵਨ ਤੋਂ ਵੀ, ਪਾਪਾਂ ਭਰੇ ਜੀਵਨ ਤੋਂ ਵੀ ਸ਼ੁੱਧ ਕਰਨ ਵਾਲੇ ਹੋ। ਜਦੋਂ ਤੁਹਾਡੀ ਨਜ਼ਰ ਹੋ ਜਾਂਦੀ ਹੈ, ਤੁਹਾਡੀ ਮਿਹਰਾਂ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਇਵੇਂ ਹੀ ਸਤਿਗੁਰੂ ਅਮਰਦਾਸ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਸਿੱਖ ਆਏ, ਆ ਕਰਕੇ ਬੇਨਤੀ ਕਰਨ ਲੱਗੇ। ਇਤਿਹਾਸ ਵਿੱਚ ਆਉਂਦਾ ਹੈ, ਭਾਈ ਰੂਪਾ ਜੀ, ਭਾਈ ਦੀਪਾ ਜੀ, ਭਾਈ ਉਗਰ ਸੈਨ, ਹੋਰ ਇਹਨਾਂ ਦੇ ਨਾਲ ਸਿੱਖ ਸਨ।
ਆ ਕਰਕੇ ਬੇਨਤੀ ਕਰਦੇ ਹਨ, ਸਤਿਗੁਰੂ ਮਹਾਰਾਜ ਜੀ ਅਸੀਂ ਸੰਸਾਰੀ ਹਾਂ ਅਤੇ ਸਾਰਾ ਦਿਨ ਅਸੀਂ ਆਪਣੀ ਕਿਰਤ ਕਰਦੇ ਹਾਂ, ਸੰਸਾਰ ਵਿੱਚ ਵਿਚਰਦੇ ਹਾਂ, ਅਤੇ ਮਹਾਰਾਜ ਸਾਡਾ ਉਧਾਰ ਹੋਵੇਗਾ, ਕਿਵੇਂ ਸਾਡਾ ਜੀਵਨ ਸਫਲਾ ਹੋ ਸਕਦਾ ਹੈ? ਕਿਰਪਾ ਕਰੋ। ਆਪ ਜੀ ਦੀ ਹਜ਼ੂਰੀ ਵਿੱਚ ਆਏ ਹਾਂ, ਐਸਾ ਉਪਦੇਸ਼ ਦੇਣਾ ਕਰੋ ਜਿਹਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਵੇ, ਇਸ ਭਵ ਸਾਗਰ ਤੋਂ ਪਾਰ ਹੋ ਜਾਈਏ। ਸਤਿਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਨੂੰ ਆਪਣੇ ਮੁਖ ਤੋਂ ਫਰਮਾਨ ਕਰਦੇ ਹਨ, ਭਲਿਓ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਨਾ, ਜੋ ਜਪਜੀ ਸਾਹਿਬ ਦੇ ਅੰਦਰ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਜਦੋਂ ਕਿਸੇ ਜਗਿਆਸੂ ਨੇ ਪੁੱਛਿਆ, ਮਹਾਰਾਜ ਕਿਹੜੇ ਬਚਨ ਬੋਲੇ ਜਾਣ ਜਿਨ੍ਹਾਂ ਨੂੰ ਸੁਣ ਕੇ ਉਹ ਪ੍ਰਮਾਤਮਾ ਖੁਸ਼ ਹੋਵੇ? ਮੋਹ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅਤੇ ਕਿਹੜੀ ਵਸਤੂ ਉਹਨਾਂ ਦੇ ਅੱਗੇ ਭੇਟਾ ਕੀਤੀ ਜਾਵੇ? ਫੇਰ ਕਿ ਅੱਗੇ ਰੱਖੀਐ ਜਿਤ ਦਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਕਿਹੜੀ ਵਸਤੂ ਭੇਟਾ ਕੀਤੀ ਜਾਵੇ ਜਿਹਦੇ ਨਾਲ ਦਰਸ਼ਨ ਹੋ ਜਾਣ? ਕਿਹੜੇ ਬਚਨ ਮੁਖ ਤੋਂ ਬੋਲੇ ਜਾਣ? ਕਿਹੜੀ ਉਸਤਤੀ ਕੀਤੀ ਜਾਵੇ ਜਿਹਦੇ ਨਾਲ ਉਹ ਪ੍ਰਭੂ ਖੁਸ਼ ਹੋ ਜਾਵੇ ਅਤੇ ਸਾਡੇ ਨਾਲ ਪਿਆਰ ਕਰੇ? ਸਤਿਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਗੁਰੂ ਪਿਆਰਿਓ, ਇਹ ਜੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਹਨ ਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲਾ ਕਦੇ ਨਹੀਂ ਖੰਜਾਉਣਾ। ਭਾਵੇਂ ਕਿੰਨਾ ਵੀ ਜ਼ਰੂਰੀ ਕੰਮ ਹੋਵੇ, ਕਿੰਨੀ ਵੀ ਤੁਸੀਂ ਰਾਤ ਗਿਆ ਹੋਇਆਂ ਸੌਣਾ ਕਰੋ, ਪਰ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ, ਅੰਮ੍ਰਿਤ ਵੇਲਾ ਨਹੀਂ ਤਿਆਗਣਾ। ਉੱਠ ਕਰਕੇ ਉਸ ਵਾਹਿਗੁਰੂ ਦਾ ਸਿਮਰਨ ਕਰਨਾ ਹੈ। 4 ਘੜੀਆਂ ਜਿੰਨਾ ਸਮਾਂ ਮਿਲੇ ਉਸ ਦਾ ਸਿਮਰਨ ਕਰੋ, ਮਨ ਕਰਕੇ ਸਿਮਰਨ ਕਰੋ। ਕਹਿਣ ਲੱਗੇ ਸਤਿਗੁਰੂ ਮਹਾਰਾਜ ਜੀ, ਸਾਰਾ ਦਿਨ ਸਾਡਾ ਜਿਹੜਾ ਧਿਆਨ ਹੈ ਸੰਸਾਰ ਵਿੱਚ ਰਹਿੰਦਾ ਹੈ, ਅਤੇ 4 ਘੜੀਆਂ ਸਿਮਰਨ ਕਰਨ ਦੇ ਨਾਲ ਕੀ ਸਾਡਾ ਜੀਵਨ ਸਫਲਾ ਹੋ ਜਾਵੇਗਾ? ਪ੍ਰਸ਼ਨ ਕਰ ਦਿੱਤਾ। ਸਤਿਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਬਿਲਕੁਲ ਠੀਕ ਹੈ, ਤੁਹਾਡਾ ਪ੍ਰਸ਼ਨ ਜਾਇਜ਼ ਹੈ। ਸਤਿਗੁਰੂ ਮਹਾਰਾਜ ਉਦਾਹਰਣ ਦੇ ਕੇ ਕਹਿੰਦੇ ਹਨ, ਮਹਿਮਾ ਪ੍ਰਕਾਸ਼ ਦੇ ਲਿਖਾਰੀ ਨੇ ਬੜੇ ਸੁੰਦਰ ਗੁਰੂ ਸਾਹਿਬਾਂ ਦੇ ਬਚਨ ਦਰਜ ਕੀਤੇ ਹਨ। ਕਹਿਣ ਲੱਗੇ, ਗੁਰੂ ਪਿਆਰਿਓ, ਤੁਸੀਂ ਕਦੇ ਦਰਿਆ ਦੇ ਵਿੱਚ ਬੇੜੀ ਨੂੰ ਦੇਖਿਆ ਹੈ? ਬੇੜੀ ਭਰੀ ਹੁੰਦੀ ਹੈ, ਵਿੱਚ ਮਨੁੱਖ ਬੈਠੇ ਹੁੰਦੇ ਹਨ, ਭਾਰ ਲੱਦਿਆ ਹੁੰਦਾ ਹੈ। ਉਹ ਬੇੜੀ ਜਿਹੜੀ ਨਾ 4 ਉਂਗਲਾਂ ਪਾਣੀ ਤੋਂ ਉੱਪਰ ਰਹਿੰਦੀ ਹੈ ਅਤੇ ਤਰਦੀ ਜਾਂਦੀ ਹੈ, ਪਾਰ ਲੰਘ ਜਾਂਦੀ ਹੈ, ਸਾਰੇ ਜੀਵਾਂ ਨੂੰ ਪਾਰ ਕਰ ਦਿੰਦੀ ਹੈ, ਭਾਰ ਨੂੰ ਪਾਰ ਕਰ ਦਿੰਦੀ ਹੈ। ਅਤੇ ਜੇ ਉਹ 4 ਉਂਗਲਾਂ ਵੀ ਨੰਗੀ ਨਾ ਰਵੇ ਫਿਰ ਕੀ ਹੋਵੇਗਾ? ਬੇੜੀ ਡੁੱਬ ਜਾਵੇਗੀ। ਇਵੇਂ ਹੀ ਜੇਕਰ ਤੁਸੀਂ ਸੁਚੇਤ ਹੋ ਕਰਕੇ, ਮਨ ਜੋੜ ਕਰਕੇ 4 ਘੜੀਆਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰੋਗੇ ਨਾ, ਇਸ ਸੰਸਾਰ ਦੇ ਸਮੁੰਦਰ ਦੇ ਉੱਪਰ ਉੱਠ ਕਰਕੇ, ਭਵ ਸਾਗਰ ਤੋਂ ਉੱਪਰ ਉੱਠ ਕਰਕੇ, ਆ ਸੰਸਾਰੀ ਵਿਚਾਰਾਂ ਤੋਂ ਉੱਪਰ ਉੱਠ ਕਰਕੇ, ਅਤੇ ਜੇਕਰ ਤੁਸੀਂ ਇੱਕ ਮਨ ਹੋ ਕਰਕੇ ਉਸ ਮਾਲਕ ਦਾ ਸਿਮਰਨ ਕਰੋਗੇ ਅਤੇ 4 ਘੜੀਆਂ ਕੀਤਾ ਹੋਇਆ ਸਿਮਰਨ ਵੀ ਤੁਹਾਨੂੰ ਇਸ ਭਵ ਸਾਗਰ ਤੋਂ ਪਾਰ ਕਰਨ ਦੀ ਸਮਰੱਥਾ ਰੱਖਦਾ ਹੈ। ਜਿਵੇਂ ਉਹ ਬੇੜੀ ਜਿਹੜੀ ਹੈ ਨਾ, ਕੇਵਲ 4 ਉਂਗਲਾਂ ਪਾਣੀ ਤੋਂ ਉੱਪਰ ਹੁੰਦੀ ਹੈ, ਭਾਰ ਉਹਦੇ ਵਿੱਚ ਲੱਦਿਆ ਹੁੰਦਾ ਹੈ। ਇਵੇਂ ਤੁਸੀਂ ਸੰਸਾਰੀ ਕਿਰਤ ਵੀ ਕਰੋ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਰਬਾਰ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਕਿਰਤ ਨਾ ਕਰੋ, ਕੰਮ ਕਰੋ, ਪਰ ਉਸ ਮਾਲਕ ਨੂੰ ਵੀ ਯਾਦ ਰੱਖੋ, ਉਹਦਾ ਵੀ ਸਿਮਰਨ ਕਰੋ, ਅਤੇ ਤੁਹਾਨੂੰ ਕੋਈ ਆਚ ਨਹੀਂ ਆਵੇਗੀ। ਭਵ ਸਾਗਰ ਤੋਂ ਪਾਰ ਹੋ ਜਾਵੋਗੇ, ਜੀਵਨ ਸਫਲਾ ਹੋ ਜਾਵੇਗਾ। ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੇ, ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੇ। ਉਹ ਪੱਥਰ ਤੋਂ ਮਾਨਕ ਬਣਾਉਣ ਦੀ ਸਮਰੱਥਾ ਰੱਖਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ।
ਕੀਮਤੀ ਪੱਥਰ ਬਣਾ ਦਿੰਦੇ ਹਨ। ਇੱਕ ਖੋਟੇ ਪੱਥਰ ਤੋਂ ਕੀਮਤੀ ਪੱਥਰ ਬਣਾ ਦਿੰਦੇ ਹਨ। ਜੀਵਨ ਦੇ ਵਿੱਚ ਐਸੇ ਵਿਚਾਰ ਆ ਜਾਂਦੇ ਹਨ। ਸਾਧ ਸੰਗਤ ਕਰਨ ਦੇ ਨਾਲ, ਗੁਰੂ ਸਾਹਿਬਾਂ ਦੇ ਉਪਦੇਸ਼ਾਂ ਉੱਪਰ ਚੱਲਣ ਦੇ ਨਾਲ, ਇਹ ਭੱਟ ਕਹਿੰਦੇ ਹਨ ਸਤਿਗੁਰੂ ਮਹਾਰਾਜ ਜੀ ਇਵੇਂ ਕਲਯੁਗੀ ਜੀਵਾਂ ਦਾ ਉਧਾਰ ਕਰਨ ਦੀ ਸਮਰੱਥਾ ਰੱਖਦੇ ਹਨ। ਜਿਵੇਂ ਪੱਥਰ ਆ ਨਾ, ਪੱਥਰ ਤੋਂ ਮਾਣਕ ਬਣਾ, ਕੀਮਤੀ ਪੱਥਰ ਬਣਾ ਦਿੰਦੇ ਨੇ ਮਾਣਕ। ਨਿਕੰਮੇ ਲੋਹੇ ਤੋਂ, ਗਲੇ ਹੋਏ ਲੋਹੇ ਤੋਂ ਲਾਲ ਬਣਾਉਣ ਦੀ ਸਤਿਗੁਰੂ ਮਹਾਰਾਜ ਜੀ ਸਮਰੱਥਾ ਰੱਖਦੇ ਹਨ। ਕਾਠੋਂ ਸ਼੍ਰੀਖੰਡ ਗੁਰ ਕੀਓ ਦੁੱਖ ਦਰਿਦਰ ਤਿਨ ਕੇ ਗਏ। ਕਹਿੰਦੇ ਕਾਠੋਂ ਆ ਮਾਮੂਲੀ ਲੱਕੜ ਜਿਹੜੀ ਹੁੰਦੀ ਹੈ ਨਾ, ਜਦੋਂ ਉਹਦਾ ਵਾਸਾ ਚੰਦਨ ਦੇ ਲਾਗੇ ਹੋ ਜਾਵੇ ਨਾ, ਚੰਦਨ ਦੇ ਸ਼੍ਰੀਖੰਡ ਦੇ ਲਾਗੇ, ਸ਼੍ਰੀਖੰਡ ਕਹਿੰਦੇ ਹਨ ਚੰਦਨ ਨੂੰ, ਚੰਦਨ ਦੇ ਦਰਖਤ ਦੇ ਲਾਗੇ ਜਿੰਨੇ ਵੀ ਦਰਖਤ ਹੁੰਦੇ ਹਨ ਉਹਨਾਂ ਦੇ ਅੰਦਰ ਸੁਗੰਧੀ ਆ ਜਾਂਦੀ ਹੈ, ਚੰਦਨ ਦੀ ਖੁਸ਼ਬੂ ਆ ਜਾਂਦੀ ਹੈ ਲਾਗੇ ਲਾਗੇ ਸਾਰੇ ਦਰਖਤਾਂ ਦੇ ਅੰਦਰ। ਭੱਟ ਕਹਿੰਦੇ ਹਨ ਇਵੇਂ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ ਮੰਨਣਾ ਕਰੋਗੇ ਅਤੇ ਗੁਰੂ ਸਾਹਿਬਾਂ ਦੇ ਹੁਕਮ ਵਿੱਚ ਰਹਿ ਕਰਕੇ ਸਤ ਸੰਗਤ ਕਰੋਗੇ ਅਤੇ ਤੁਹਾਡੇ ਅੰਦਰ ਵੀ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਦੀ ਸਤ ਸੰਗਤ ਦੀ ਸੁਗੰਧੀ ਆ ਜਾਵੇਗੀ। ਤੁਹਾਡੇ ਜੀਵਨ ਦੇ ਅੰਦਰ ਸ਼ੁਭ ਵਿਚਾਰ ਆ ਜਾਣਗੇ, ਮਾੜੇ ਵਿਚਾਰ ਜਿਹੜੇ ਨੂੰ ਖਤਮ ਹੋ ਜਾਣਗੇ, ਸੁਗੰਧੀ ਦੇ ਨਾਲ ਭਰ ਜਾਓਗੇ। ਕਾਠੋਂ ਸ਼੍ਰੀਖੰਡ ਗੁਰ ਕੀਓ ਦੁੱਖ ਦਰਿਦਰ ਤਿਨ ਕਹਿ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭੱਟ ਕਹਿੰਦੇ ਹਨ ਗੁਰੂ ਸਾਹਿਬਾਂ ਦੀ ਉਸਤਤੀ ਕਰਦਿਆਂ ਹੋਇਆਂ, ਹੇ ਜਗਿਆਸੂ ਜਨੋ, ਸਤਿਗੁਰੂ ਮਹਾਰਾਜ ਸਾਡੇ ਸਾਰਿਆਂ ਦੇ ਹਿਰਦੇ ਦੀ ਜਾਣ, ਜਿੰਨੇ ਅਸੀਂ ਬੈਠੇ ਹੋਏ ਹਨ ਗੁਰੂ ਸਾਹਿਬਾਂ ਦੀ ਹਜ਼ੂਰੀ ਵਿੱਚ, ਸਾਡੇ ਸਾਰਿਆਂ ਦੇ ਵਿਚਾਰ ਅਲੱਗ ਅਲੱਗ ਹਨ, ਪਰ ਸਤਿਗੁਰੂ ਜਾਣਦੇ ਹਨ ਕਿਉਂਕਿ ਅੰਤਰਜਾਮੀ ਹਨ, ਹਰ ਹਿਰਦੇ ਦੀ ਗਾਥਾ ਨੂੰ ਜਾਣਦੇ ਹਨ। ਅਤੇ ਜੇ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ, ਮਨ ਕਰਕੇ ਅਸੀਂ ਸਿਮਰਨ ਕਰਨਾ ਸ਼ੁਰੂ ਕਰ ਦਈਏ, ਮਨ ਕਰਕੇ ਅਸੀਂ ਸੰਗਤ ਕਰਨੀ ਸ਼ੁਰੂ ਕਰ ਦਈਏ, ਅਤੇ ਸਾਡਾ ਜੀਵਨ ਜਿਹੜਾ ਇਹ ਸਫਲਾ ਹੋ ਸਕਦਾ ਹੈ। ਅਸੀਂ ਇਸ ਭਵਸਾਗਰ ਤੋਂ ਪਾਰ ਹੋ ਸਕਦੇ ਹਾਂ। ਸਤਿਗੁਰੂ ਮਹਾਰਾਜ ਸਾਨੂੰ ਹਰ ਵੇਲੇ ਮਿਹਰਾਂ ਦੀ ਵਰਖਾ ਕਰ ਰਹੇ ਹਨ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਅੰਮ੍ਰਿਤ ਦੀ ਧਾਰਾ ਵਰਸ ਰਹੀ ਹੈ। ਗੁਰੂ ਸਾਹਿਬ ਸਾਨੂੰ ਗਿਆਨ ਦਾ ਪ੍ਰਕਾਸ਼ ਦੇ ਰਹੇ ਹਨ, ਵਰਖਾ ਹੋ ਰਹੀ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਮੰਨ ਲਿਆ, ਇਹ ਭੱਟ ਕਹਿੰਦੇ ਹਨ ਜਗਿਆਸੂ ਜਨ, ਉਹਨਾਂ ਦੇ ਦੁੱਖ ਅਤੇ ਦਲਿੱਦਰ ਸਾਰੇ ਦੂਰ ਹੋ ਗਏ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਚਰਨਾਂ ਨੂੰ ਪਰਸ ਲਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਕਹਿੰਦੇ ਨੇ ਉਹ ਪਸ਼ੂਆਂ ਵਾਲੀ ਬਿਰਤੀ ਤੋਂ, ਪ੍ਰੇਤਾਂ ਵਾਲੀ ਬਿਰਤੀ ਤੋਂ, ਜੋ ਉਹਨਾਂ ਦੇ ਹਿਰਦੇ ਦੇ ਅੰਦਰ ਮਾੜੇ ਵਿਚਾਰ ਸਨ, ਉਹ ਦੇਵਤਿਆਂ ਸਮਾਨ ਬਣ ਗਏ। ਉਹਨਾਂ ਦਾ ਜੀਵਨ ਸ਼ੁੱਧ ਹੋ ਗਿਆ, ਉਹ ਅਸਲੀ ਮਨੁੱਖ ਬਣ ਗਏ। ਫਿਰ ਜਿਹਦੇ 'ਤੇ ਸਤਿਗੁਰੂ ਦੀ ਕਿਰਪਾ ਹੋ ਜਾਵੇ, ਜਿਸ ਹਿਰਦੇ ਦੇ ਅੰਦਰ ਗੁਰੂ ਸਾਹਿਬਾਂ ਦੇ ਬਚਨ ਵਸ ਜਾਣ, ਜਾਮ ਗੁਰੂ ਹੋਏ ਵੱਲ ਧਨੈ ਕਿਆ ਗਾਰ ਵਿਦਿਜੈ, ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ, ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ, ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿੱਧ ਮੈਂ ਧਰੈ ਸੋ ਜਨਮ ਮਰਨ ਦੋ ਥੀ ਰਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਰਾਤ ਦਿਨ ਆਪਣੇ ਹਿਰਦੇ ਵਿੱਚ ਵਸਾ ਕਰਕੇ ਆਪਣੇ ਜੀਵਨ ਨੂੰ ਚਲਾਉਂਦਾ ਹੈ ਨਾ, ਜੋ ਗੁਰੂ ਗੁਰੂ ਐਨਸ ਜਪੈ, ਐਨਸ ਦਾ ਭਾਵ ਰਾਤ ਦਿਨ, ਦਾਸ ਭੱਟ ਬੇਨਤ ਕਹੈ। ਇਹ ਭੱਟ ਕਹਿੰਦੇ ਹਨ ਮੇਰੀ ਬੇਨਤੀ ਹੈ ਜਗਿਆਸੂ ਜਨੋ, ਸੱਚ ਜਾਣਿਓ, ਇਹਦੇ ਵਿੱਚ ਕਰਾਈ ਵੀ ਝੂਠ ਨਹੀਂ ਹੈ। ਜੋ ਗੁਰੂ ਨਾਮ ਰਿੱਧ ਮੈਂ ਧਰੈ, ਰਿੱਧ ਦਾ ਭਾਵ ਹਿਰਦਾ, ਜੋ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇਗਾ, ਉਹ ਜਨਮ ਅਤੇ ਮਰਨ ਦੇ ਗੇੜ ਤੋਂ, ਆਉਣ ਜਾਣ ਦੇ ਗੇੜ ਤੋਂ ਮੁਕਤ ਹੋ ਜਾਵੇਗਾ।
ਉਹ ਕਦੇ ਵੀ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈ ਸਕਦਾ। ਸਤਿਗੁਰੂ ਮਹਾਰਾਜ ਜੀ ਐਸੀ ਕਿਰਪਾ ਕਰਦੇ ਹਨ, ਐਸਾ ਉਪਦੇਸ਼ ਦਿੰਦੇ ਹਨ। ਤਾਈਓ ਤਾਂ ਭੱਟ ਕਹਿੰਦੇ ਹਨ, ਗੁਰੂ ਸਾਹਿਬਾਂ ਦੀ ਉਸਤਤੀ ਕਰਦਿਆਂ ਹੋਇਆਂ, ਵਡਿਆਈ ਕਰਦਿਆਂ ਹੋਇਆਂ, ਜਗਿਆਸੂ ਜਨ ਭਲਿਓ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ, ਸ਼ਬਦ ਹਰ ਹਰ ਜਪੈ, ਨਾਮ ਨਾਮ ਨਿਧ ਅਪੈ, ਰਸਨ ਐਨਿਸ ਰਸੈ, ਸਤ ਕਰ ਜਾਣਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ। ਇਹ ਜਗਿਆਸੂ ਜਨੋ, ਇਹ ਸਤਸੰਗੀਓ, ਭੱਟ ਕਹਿੰਦੇ ਹਨ, ਆ ਮੇਰੇ ਬਚਨ ਧਿਆਨ ਦੇ ਨਾਲ ਸੁਣੋ। ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਵਾਹਿਗੁਰੂ ਦਾ ਜਾਪ ਕਰੋ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਵਾਹਿਗੁਰੂ ਜਪੋ। ਆਪਣੀ ਬਿਰਤੀ ਉਸ ਮਾਲਕ ਦੇ ਨਾਲ ਜੋੜਨਾ ਕਰੋ ਜਿਸ ਨੇ ਤੁਹਾਨੂੰ ਇਸ ਸੰਸਾਰ 'ਤੇ ਭੇਜਣਾ ਕੀਤਾ ਹੈ। ਸਾਰੀਆਂ ਜੂਨਾਂ ਤੋਂ ਸਿਰਮੌਰ ਜੂਨ ਬਖਸ਼ੀ ਹੈ। ਆ ਜਿਹੜੀ ਮਨੁੱਖਾ ਜੂਨ ਹੈ ਨਾ, ਸਾਰੀਆਂ ਜੂਨਾਂ ਦੀ ਸਰਦਾਰ ਜੂਨ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੂਨ ਤੇਰੀ ਪਨਹਾਰੀ। ਪਨਹਾਰੀ ਦਾ ਭਾਵ ਪਾਣੀ ਭਰਨ ਵਾਲੀਆਂ ਹਨ। ਆ ਪਿਛਲੇ ਸਮਿਆਂ ਦੇ ਅੰਦਰ ਮੋਢੇ 'ਤੇ ਵਹਿੰਗੀ ਪਾ ਕਰਕੇ ਨਾ ਪੀਪਿਆਂ ਦੇ ਨਾਲ, ਘੜਿਆਂ ਦੇ ਨਾਲ ਘਰਾਂ ਦੇ ਵਿੱਚ ਪਾਣੀ ਪਹੁੰਚਾਇਆ ਜਾਂਦਾ ਸੀ। ਉਸ ਨੂੰ ਪਨਹਾਰਾ ਜਾਂ ਪਨਹਾਰੀ ਕਹਿੰਦੇ ਸਨ, ਜਿਹੜੇ ਪਾਣੀ ਢੋਣ ਵਾਲੇ ਸਨ। ਵਹਿੰਗੀ ਦੇ ਵਿੱਚ ਪਾ ਕਰਕੇ ਘਰਾਂ ਦੇ ਵਿੱਚ ਪਾਣੀ ਪਹੁੰਚਾਇਆ ਕਰਦੇ ਸਨ। ਇਵੇਂ ਭੱਟ ਕਹਿੰਦੇ ਹਨ, ਸਤਿਗੁਰੂ ਮਹਾਰਾਜ ਦੀ ਉਸਤਤੀ ਕਰਦਿਆਂ ਹੋਇਆਂ ਕਿ ਤੁਸੀਂ ਗੁਰੂ ਸਾਹਿਬਾਂ ਦਾ ਸਿਮਰਨ ਕਰੋ ਅਤੇ ਸਤਿਗੁਰੂ ਮਹਾਰਾਜ ਜੀ ਤੁਹਾਡੇ 'ਤੇ ਮਿਹਰ ਕਰਨਗੇ। ਤੁਹਾਡਾ ਇਹ ਮਨੁੱਖਾ ਜੀਵਨ ਸਫਲਾ ਹੋ ਜਾਵੇਗਾ, ਕਿਉਂਕਿ ਤੁਸੀਂ ਸਾਰੀਆਂ ਜੂਨਾਂ ਦੇ ਸਰਦਾਰ ਹੋ। ਬਾਕੀ ਦੀਆਂ ਸਾਰੀਆਂ ਜੂਨਾਂ ਤੁਹਾਡਾ ਪਾਣੀ ਭਰਨ ਵਾਲੀਆਂ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਵਰ ਜੂਨ ਤੇਰੀ ਪਨਹਾਰੀ। ਬਾਕੀ ਦੀਆਂ ਸਾਰੀਆਂ ਜੂਨਾਂ ਤੇਰੇ ਅਧੀਨ ਹਨ, ਤੇਰੇ ਤੋਂ ਨੀਵੀਆਂ ਹਨ। ਤੈਨੂੰ ਸਿਰਮੌਰ ਜੂਨ ਬਖਸ਼ੀ ਹੈ। ਇਸ ਕਰਕੇ ਉਸ ਮਾਲਕ ਦਾ ਸਿਮਰਨ ਹਰ ਵੇਲੇ ਕਰ। ਜੋ ਗੁਰੂ ਗੁਰੂ ਐਨਸ ਜਪੈ, ਦਾਸ ਭੱਟ ਬੇਨਤ ਕਹੈ। ਇਹ ਭੱਟ ਕਹਿੰਦਾ ਹੈ, ਮੈਂ ਬੇਨਤੀ ਕਰਦਾ ਹਾਂ, ਜੋ ਗੁਰੂ ਨਾਮ ਰਿੱਧ ਮੈਂ ਧਰੈ, ਸੋ ਜਨਮ ਮਰਨ ਦੋਹਾਂ ਥੀ ਰਹੈ। ਉਹ ਜਨਮ ਮਰਨ ਦੇ ਗੇੜ ਤੋਂ ਪ੍ਰਾਣੀ ਮੁਕਤ ਹੋ ਜਾਵਣਗੇ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣਿਓ, ਸ਼ਬਦ ਹਰ ਹਰ ਜਪੈ। ਗੁਰੂ ਸਾਹਿਬਾਂ ਦਾ ਹੁਕਮ, ਗੁਰੂ ਸਾਹਿਬਾਂ ਦੇ ਬਚਨ, ਨਾਮ ਨਾਮ ਨਿਧ ਜਪੈ। ਸਤਿਗੁਰੂ ਮਹਾਰਾਜ ਦਾ ਜਦੋਂ ਤੁਸੀਂ ਨਾਮ ਜਪੋਗੇ ਨਾ, ਹੁਕਮ ਦੇ ਵਿੱਚ ਆਓਗੇ, ਅਤੇ ਤੁਹਾਨੂੰ ਇਹ ਨਾਮ ਦੀ ਦਾਤ ਦੀ ਪ੍ਰਾਪਤੀ ਹੋ ਜਾਵੇਗੀ। ਨਵਨਿਧ ਦਾ ਭਾਵ 9 ਖਜ਼ਾਨੇ ਤੁਹਾਨੂੰ ਪ੍ਰਾਪਤ ਹੋ ਜਾਵਣਗੇ। 9 ਖਜ਼ਾਨੇ ਜਿਨ੍ਹਾਂ ਵਾਸਤੇ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਸਤਿਗੁਰੂ ਮਹਾਰਾਜ ਬਾਣੀ ਦੇ ਅੰਦਰ ਫਰਮਾਨ ਕਰਦੇ ਕਿ 9 ਨਿਧੀਆਂ 18 ਸਿੱਧੀਆਂ। ਜਗਿਆਸੂ ਜਨੋ, ਜਿਨ੍ਹਾਂ ਦੇ ਹੁਣ ਅਸੀਂ ਪਿੱਛੇ ਫਿਰਦੇ ਹਾਂ ਨਾ, ਜਿਨ੍ਹਾਂ ਦੀ ਭਾਲ ਵਾਸਤੇ ਰਾਤ ਦਿਨ ਅਸੀਂ ਭਟਕਦੇ ਫਿਰਦੇ ਹਾਂ ਕਿ ਸਾਨੂੰ ਇਹ ਪ੍ਰਾਪਤ ਹੋ ਜਾਵਣ, ਧਨ ਆ ਜਾਵੇ, ਪ੍ਰਭਤਾ ਮਿਲ ਜਾਵੇ, ਵਡਿਆਈ ਮਿਲ ਜਾਵੇ, ਮੇਰਾ ਜਸ ਹੋ ਜਾਵੇ, ਜੀਵਨ ਸੁਖੀ ਹੋ ਜਾਵੇ। ਅਤੇ ਭੱਟ ਕਹਿੰਦੇ ਹਨ, ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਮੰਨਣਾ ਕਰੋਗੇ ਤਾਂ ਪਤਾ ਕੀ ਹੋਵੇਗਾ। ਨਾਮ ਨਾਵਨਿਧ ਅਪੈ। ਸਤਿਗੁਰੂ ਮਹਾਰਾਜ ਤੁਹਾਡੇ 'ਤੇ ਕਿਰਪਾ ਕਰਕੇ ਤੁਹਾਨੂੰ ਨਾਮ ਦੀ ਦਾਤ ਔਰ 9 ਖਜ਼ਾਨੇ ਅਰਪ ਦੇਣਗੇ। ਅਪੈ ਦਾ ਭਾਵ ਅਰਪ ਦੇਣਗੇ, ਤੁਹਾਨੂੰ ਦੇ ਦੇਣਗੇ, ਤੁਹਾਡੀ ਝੋਲੀ ਭਰਪੂਰ ਕਰ ਦੇਣਗੇ। ਸ਼ਬਦ ਹਰ ਹਰ ਜਪੈ। ਇਸ ਸ਼ਬਦ ਦਾ ਜਾਪ ਹੁਕਮ ਦੇ ਵਿੱਚ ਰਹਿੰਦਿਆਂ ਹੋਇਆਂ, ਬਾਣੀ ਦੇ ਨਾਲ ਜੁੜਿਆ ਹੋਇਆਂ, ਸੱਚ ਦੇ ਨਾਲ ਜੁੜਿਆ ਹੋਇਆਂ, ਰਸਨ ਐਨਸ ਰਸੈ, ਸਤ ਕਰ ਜਾਣਿਓ। ਆਪਣੀ ਰਸਨਾ ਦੇ ਨਾਲ ਰਾਤ ਦਿਨ ਇਸ ਅੰਮ੍ਰਿਤ ਰੂਪੀ ਰਸ ਨੂੰ ਪ੍ਰਾਪਤ ਕਰੋ। ਰਸਨਾ ਦੇ ਨਾਲ ਜਪਣਾ ਕਰੋ। ਐਨਸ ਰਸਨ ਐਨਸ ਰਸੈ,
ਇਹ ਰਸਨਾ ਤੁਹਾਡੀ ਜਿਹੜੀ ਉਸ ਮਾਲਕ ਦੇ ਨਾਮ ਦੇ ਨਾਲ ਗੜੂੰਦ ਹੋਈ ਹੋਣੀ ਚਾਹੀਦੀ ਹੈ। ਸਤ ਕਰ ਜਾਣਿਓ, ਇਹ ਬਚਨ ਜਿਹੜੇ ਹਨ ਭੱਟ ਕਹਿੰਦੇ ਹਨ, ਜਗਿਆਸੂ ਜਨੋ ਸਤ ਕਰਕੇ ਜਾਣਨਾ ਕਰੋ। ਫੁਨ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ, ਭਜੋ ਹਰ ਗਿਆਨੀਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਫਰਮਾਨ ਕਰਦੇ ਹਨ, ਜਗਿਆਸੂ ਜਨ, ਇਹ ਮਨੁੱਖਾ ਜਨਮ ਬੜਾ ਕੀਮਤੀ ਹੈ, ਇਹ ਬਾਰ-ਬਾਰ ਨਹੀਂ ਮਿਲਣਾ। ਇਸ ਕਰਕੇ ਉਸ ਮਾਲਕ ਦਾ ਸਿਮਰਨ ਕਰ ਲਓ, ਸ਼ੁਭ ਕਰਮ ਕਰ ਲਓ, ਜਿਹਦੇ ਨਾਲ ਤੁਹਾਡਾ ਇਹ ਜੀਵਨ ਜਿਹੜਾ ਹੈ ਇਹ ਮੁਕੰਮਲ ਹੋ ਜਾਵੇ। ਅਤੇ ਸਤਿਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ ਗ੍ਰਹਿਣ ਕੀਤਾ ਇਹਨਾਂ ਭੱਟਾਂ ਨੇ, ਘੋਖਣਾ ਕੀਤਾ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਨੂੰ, ਔਰ ਸਹਿਜ ਸੁਭਾਅ ਹੀ ਇਹਨਾਂ ਦੇ ਮੁਖ ਤੋਂ ਗੁਰੂ ਸਾਹਿਬਾਂ ਦੀ ਉਸਤਤੀ ਨਿਕਲੀ। ਭੱਟਾਂ ਦੇ ਮੁਖ ਤੋਂ ਐਸੀ ਉਸਤਤੀ ਕੀਤੀ, ਐਸੀ ਵਡਿਆਈ ਕੀਤੀ ਕਿ ਸਤਿਗੁਰੂ ਮਹਾਰਾਜ ਜੋ ਉਪਦੇਸ਼ ਦੇ ਰਹੇ ਹਨ ਬਿਲਕੁਲ ਹੀ ਸੱਚਾਈ ਹੈ। ਇਹ ਉਪਦੇਸ਼ ਸਮਝ ਲਓ ਇੱਕ ਬੇੜਾ ਹੈ, ਜਹਾਜ਼ ਹੈ, ਜਿਹਦੇ ਉੱਤੇ ਚੜ੍ਹ ਕੇ ਅਸੀਂ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਕਹਿੰਦੇ ਹਨ ਪ੍ਰੇਮ ਦੇ ਵਿੱਚ ਆ ਕਰਕੇ, ਭੱਟ ਕਹਿੰਦੇ ਹਨ ਪ੍ਰੇਮ ਵਿੱਚ ਆ ਕਰਕੇ ਉਸ ਮਾਲਕ ਦਾ ਸਿਮਰਨ ਕਰੋ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕਰ ਲਿਆ, ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਆ ਗਈ, ਭਾਵਨਾ ਬਣ ਗਈ, ਫੁਨ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ। ਗੁਰੂ ਦੇ ਸਨਮੁਖ ਹੋ ਕਰਕੇ, ਸਤਿਗੁਰੂ ਦੀ ਆਗਿਆ ਵਿੱਚ ਰਹਿ ਕਰਕੇ, ਪ੍ਰੇਮ ਅਤੇ ਸ਼ਰਧਾ ਦੇ ਵਿੱਚ ਆ ਕਰਕੇ ਉਸ ਮਾਲਕ ਦਾ ਸਿਮਰਨ ਕਰਨ ਦੀ ਜ਼ਰੂਰਤ ਹੈ। ਫਿਰ ਕਹਿੰਦੇ ਹਨ ਅਨਮਾਰਗ ਤਜੋ। ਆ ਬਾਕੀ ਦੇ ਜੋ ਕਰਮ ਕਾਂਡ ਹਨ ਨਾ, ਹੋਰ ਜੋ ਸੰਸਾਰ ਦੇ ਵਿੱਚ ਪਾਪ ਪੁੰਨ ਦਰਸਾਏ ਜਾਂਦੇ ਹਨ, ਕਰਮ ਕਾਂਡ ਦਰਸਾਏ ਜਾਂਦੇ ਹਨ, ਜਿਸ ਉੱਤੇ ਦੁਨੀਆ ਭਟਕ ਰਹੀ ਹੈ, ਚੱਲੀ ਹੋਈ ਹੈ, ਕੋਈ ਕਿਸੇ ਪਾਸੇ ਦੌੜ ਰਿਹਾ ਹੈ, ਕੋਈ ਕਿਸੇ ਪਾਸੇ ਦੌੜ ਰਿਹਾ ਹੈ। ਤੇ ਸਤਿਗੁਰੂ ਮਹਾਰਾਜ ਦੀ ਵਡਿਆਈ ਕਰਦਿਆਂ ਇਹ ਭੱਟ ਕਹਿੰਦੇ ਹਨ, ਜਗਿਆਸੂ ਜਨੋ, ਕਿਸੇ ਪਾਸੇ ਦੌੜਨ ਦੀ ਜ਼ਰੂਰਤ ਨਹੀਂ, ਕਿਸੇ ਭਟਕਣਾ ਵਿੱਚ ਪੈਣ ਦੀ ਜ਼ਰੂਰਤ ਨਹੀਂ, ਕੋਈ ਕਰਮ ਕਾਂਡ ਕਰਨ ਦੀ ਜ਼ਰੂਰਤ ਨਹੀਂ, ਕਿਸੇ ਮਨੁੱਖ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ, ਕਿਸੇ ਕੋਲੋਂ ਧਾਗਾ ਕਰਾਉਣ ਦੀ ਜ਼ਰੂਰਤ ਨਹੀਂ, ਤਵੀਤ ਕਰਾਉਣ ਦੀ ਜ਼ਰੂਰਤ ਨਹੀਂ, ਕਿਤੇ ਚੁਰਾਹੇ ਦੇ ਵਿੱਚ ਨਹਾਉਣ ਦੀ ਜ਼ਰੂਰਤ ਨਹੀਂ, ਕਿਸੇ ਗੁੱਗੇ ਨੂੰ ਲੱਸੀ ਪਾਉਣ ਦੀ ਜ਼ਰੂਰਤ ਨਹੀਂ, ਹੋਰ ਸੰਸਾਰ ਦੇ ਕਿਤੇ ਸ਼ਨੀ ਦੇਵਤੇ ਨੂੰ ਧਿਆਉਣ ਦੀ ਜ਼ਰੂਰਤ ਨਹੀਂ। ਸ਼ਨੀਵਾਰ ਵਾਲੇ ਦਿਨ ਕਿਤੇ ਛੋਲਿਆਂ ਦਾ ਆ ਲੰਗਰ ਲਿਆਉਣ, ਜਿਹਨੂੰ ਅਸੀਂ ਪ੍ਰਸ਼ਾਦ ਕਹਿੰਦੇ ਹਾਂ। ਕਿੰਨੀ ਵੱਡੀ ਸਾਡੀ ਭੁੱਲ ਹੈ, ਅਸੀਂ ਛੋਲੇ ਲੈ ਕੇ ਆਉਂਦੇ ਹਾਂ ਨਾ, ਕਾਲੇ ਛੋਲੇ ਲੈ ਕੇ ਜਾਓ, ਸਾਡਾ ਗ੍ਰਹਿ ਉਤਰ ਜਾਏਗਾ। ਕਿੰਨੀ ਮਨਮੱਤ ਦੇ ਵਿੱਚ ਅਸੀਂ ਅੱਜ ਵੀ ਫਸੇ ਹੋਏ ਹਾਂ। ਸਾਡੇ ਗੁਰਸਿੱਖ ਭਰਾ ਕਈ ਛੋਲੇ ਲੈ ਕੇ ਆਉਂਦੇ ਹਨ, ਪ੍ਰਸ਼ਾਦ ਹੈ ਜੀ, ਕਿਰਪਾਨ ਭੇਟ ਕਰ ਦਿਓ। ਕਿੰਨੀ ਵੱਡੀ ਭੁੱਲ ਹੈ। ਗੁਰੂ ਘਰ ਦੇ ਵਿੱਚ ਆ ਕਰਕੇ ਅਸੀਂ ਇਹ ਸਮਝੀਏ ਕਿ ਇਸ ਕਾਲੇ ਛੋਲਿਆਂ ਦਾ ਪ੍ਰਸ਼ਾਦ ਚੜ੍ਹਾਉਣ ਦੇ ਨਾਲ ਸਾਡਾ ਦੁੱਖ ਉਤਰ ਜਾਏਗਾ ਅਤੇ ਜਿਹੜੇ ਛਕਣਗੇ ਉਹਨਾਂ ਨੂੰ ਲੱਗ ਜਾਏਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਦੂਸਰੇ ਦਾ ਬੁਰਾ ਸੋਚਿਆ ਸਾਡਾ ਭਲਾ ਹੋਵੇਗਾ। ਭਾਈ, ਜਿੱਥੋਂ ਸਾਨੂੰ ਸੱਚ ਦਾ ਉਪਦੇਸ਼ ਮਿਲਦਾ ਹੈ, ਅਸੀਂ ਉੱਥੇ ਆ ਕਰਕੇ ਵੀ ਇਹੋ ਜਿਹੇ ਵਿਚਾਰ ਰੱਖੀਏ। ਜਿੱਥੋਂ ਸਾਨੂੰ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ, ਪਿਆਰ ਦਾ ਉਪਦੇਸ਼ ਮਿਲਦਾ ਹੈ, ਸੱਚ ਦੇ ਨਾਲ ਜੁੜਨ ਦਾ ਉਪਦੇਸ਼ ਮਿਲਦਾ ਹੈ, ਅਸੀਂ ਉਸੇ ਦਰ 'ਤੇ ਉਹ ਕਾਲੇ ਛੋਲੇ ਲਿਆ ਕਰਕੇ ਅਤੇ ਆਖੀਏ ਕਿ ਪ੍ਰਸ਼ਾਦ ਵੰਡੀਏ ਅਤੇ ਸਾਡਾ ਦੁੱਖ ਉਤਰ ਜਾਵੇ ਅਤੇ ਦੂਸਰਿਆਂ ਨੂੰ ਲੱਗ ਜਾਵੇ। ਕੀ ਇਹ ਸਾਨੂੰ ਗੁਰੂ ਨੇ ਦੱਸਿਆ ਹੈ? ਇੰਨੇ ਵੱਡੇ ਅਸੀਂ ਭੁਲੇਖਿਆਂ ਦੇ ਵਿੱਚ ਅੱਜ ਵੀ ਪਏ ਹੋਏ ਹਾਂ। ਗੁਰੂ ਸਾਹਿਬਾਂ ਦੀ ਬਾਣੀ ਸੁਣਦਿਆਂ, ਗੁਰੂ ਸਾਹਿਬਾਂ ਦੀ ਸੰਗਤ ਕਰਦਿਆਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਮੱਥਾ ਟੇਕਦਿਆਂ, ਫਿਰ ਵੀ ਸਾਡੇ ਅੰਦਰੋਂ ਭੁਲੇਖੇ ਨਹੀਂ ਨਿਕਲ ਰਹੇ। ਆ ਭੱਟ ਕਹਿੰਦੇ ਅਨਮਾਰਗ ਤਜੋ। ਹੇ ਜਗਿਆਸੂ ਜਨੋ, ਐਸੇ ਭਰਮ ਭੁਲੇਖੇ ਜਿਹੜੇ ਹਨ ਆਪਣੇ ਹਿਰਦਿਆਂ ਦੇ ਅੰਦਰੋਂ ਕੱਢ ਦਿਓ। ਇਹ ਤਾਂ ਸਾਰਿਆਂ ਵਾਸਤੇ ਸਾਂਝਾ ਦਰਬਾਰ ਹੈ। ਇੱਥੇ ਤਾਂ ਸਾਰਿਆਂ ਦੀ ਸੁੱਖ ਮੰਗੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੈ ਸਰਬੱਤ ਦਾ ਭਲਾ। ਅਤੇ ਇੱਥੇ ਤੁਸੀਂ ਕਾਲੇ ਛੋਲੇ ਲਿਆ ਕੇ ਆਖੋਗੇ ਸਾਡਾ ਰੋਗ ਉਤਰ ਜਾਵੇ ਅਤੇ ਦੂਸਰਿਆਂ ਨੂੰ ਲੱਗ ਜਾਵੇ, ਗ੍ਰਹਿ ਤੋਂ ਅਸੀਂ ਖਾਲੀ ਹੋ ਜਾਈਏ, ਅਤੇ ਭਾਈ ਫਿਰ ਸਾਡਾ ਭਲਾ ਕਿੱਥੇ ਹੋਵੇਗਾ?
ਇੱਥੇ ਤਾਂ ਕਿਹਾ ਜਾਂਦਾ ਹੈ ਮਨ ਨੀਵਾਂ ਮਾਤੀ ਉੱਚੀ, ਅਤੇ ਅਸੀਂ ਫਿਰ ਵੀ ਆਪਣੀ ਮਨ ਦੀ ਮੱਤ ਵਰਤੀਏ, ਫਿਰ ਵੀ ਅਸੀਂ ਆਪਣੇ ਹੀ ਮੱਤ 'ਤੇ ਚੱਲਦਿਆਂ ਹੋਇਆਂ ਗੁਰੂ ਸਾਹਿਬਾਂ ਦੀ ਮੱਤ ਨੂੰ ਗ੍ਰਹਿਣ ਨਾ ਕਰੀਏ, ਇੱਥੇ ਵੀ ਆਪਣੀ ਮੱਤ ਵਰਤਣਾ ਕਰੀਏ। ਅਤੇ ਭੱਟ ਕਹਿੰਦੇ ਹਨ, ਜੇ ਗੁਰੂ ਸਾਹਿਬਾਂ ਦੀ ਬਖਸ਼ਿਸ਼ ਚਾਹੁੰਦੇ ਹੋ ਨਾ ਤੇ ਅਨਮਾਰਗ ਤਜੋ। ਆਹ ਜਿਹੜੇ ਖਿਆਲ ਹਨ ਨਾ, ਕਰਮ ਕਾਂਡ ਹਨ, ਇਹਨਾਂ ਨੂੰ ਛੱਡਣਾ ਕਰੋ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੂ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਆ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਸਤਿਗੁਰੂ ਮਹਾਰਾਜ ਤਾਂ ਇਹ ਕਹਿੰਦੇ ਹਨ, ਇਹ ਕਰਮ ਧਰਮ ਜਿਹੜੇ ਹਨ ਨਾ, ਇਹ ਸਾਡੇ ਨਾਲ ਨਹੀਂ ਜਾਣੇ, ਉਲਟਾ ਅਸੀਂ ਸਾਡੇ 'ਤੇ ਭਾਰ ਪੈ ਜਾਵੇਗਾ। ਜਦੋਂ ਅਸੀਂ ਆਪਣਾ ਭਾਰ ਉਤਾਰ ਕੇ ਦੂਸਰੇ 'ਤੇ ਪਾਉਣਾ ਚਾਹੁੰਦੇ ਹਾਂ ਅਤੇ ਅਸੀਂ ਦੋਸ਼ੀ ਬਣਦੇ ਹਾਂ। ਦੋਸ਼ੀ ਪ੍ਰਭੂ ਦੀਆਂ ਨਜ਼ਰਾਂ ਵਿੱਚ ਅਸੀਂ ਦੋਸ਼ੀ ਕਰਾਰ ਦਿੱਤਾ ਜਾਵਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹਨ, ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੂਟੈ। ਨਿਰਵਾਣ ਕੀਰਤਨ ਗਾਵੂ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਅੱਜ ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ ਨਾ, ਜਪਜੀ ਸਾਹਿਬ ਦੇ ਅੰਦਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਰ ਦੋਸ਼ੀ ਦੋਸ਼ ਧਰੇ। ਸਤਿਗੁਰੂ ਉਹ ਅਕਾਲ ਪੁਰਖ ਵਾਹਿਗੁਰੂ ਦੋਸ਼ੀ ਠਹਿਰਾ ਕਰਕੇ ਫਿਰ ਕਿਸੇ ਨੂੰ ਉਹਦੇ ਕਰਮਾਂ ਅਨੁਸਾਰ ਜੂਨ ਮਿਲਦੀ ਹੈ ਅਤੇ ਦੁੱਖ ਲੱਗਦਾ ਹੈ, ਕਿਉਂਕਿ ਦੁੱਖ ਜਿਹੜਾ ਲੱਗਦਾ ਉਹਦੇ ਆਪਣੇ ਕਰਮਾਂ ਦਾ ਹੁੰਦਾ ਹੈ। ਕਰ ਦੋਸ਼ੀ, ਪਹਿਲਾਂ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪ੍ਰਭੂ ਦੇ ਦਰ 'ਤੇ। ਸਤਿਗੁਰੂ ਦੀਆਂ ਨਜ਼ਰਾਂ ਵਿੱਚ ਉਹ ਪ੍ਰਾਣੀ ਦੋਸ਼ੀ ਹੋ ਜਾਂਦਾ ਹੈ। ਆ ਜਪਜੀ ਸਾਹਿਬ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਪਰ ਇਸ ਨੂੰ ਸਮਝਦੇ ਨਹੀਂ ਹਾਂ। ਜਿੰਨੀ ਦੇਰ ਸਮਝਾਂਗੇ ਨਹੀਂ ਨਾ ਭਾਈ, ਉਨੀ ਦੇਰ ਗੱਲ ਨਹੀਂ ਬਣੇਗੀ। ਇਹਨਾਂ ਬਚਨਾਂ ਨੂੰ, ਉਪਦੇਸ਼ਾਂ ਨੂੰ ਸਮਝਣ ਦੀ ਜ਼ਰੂਰਤ ਹੈ। ਅਤੇ ਭੱਟ ਕਹਿੰਦੇ ਹਨ, ਅਨਮਾਰਗ ਤਜੋ ਭਜੋ ਹਰ ਗਿਆਨੀਓ। ਇਹ ਜਗਿਆਸੂ ਜਨੋ ਸਤ ਸੰਗੀਓ। ਇਹ ਕਰਮ ਧਰਮ ਨੂੰ ਛੱਡ ਕੇ ਨਾ, ਇਹ ਵਿਖਾਵੇ ਵਾਲੇ ਕਰਮਾਂ ਨੂੰ ਛੱਡ ਕੇ, ਆਪਣੀ ਮੱਤ ਨੂੰ ਛੱਡ ਕਰਕੇ ਕੇਵਲ ਮਨ ਕਰਕੇ ਉਸ ਮਾਲਕ ਦਾ ਸਿਮਰਨ ਕਰੋ, ਤਾਂ ਤੁਹਾਡਾ ਭਲਾ ਹੋਵੇਗਾ। ਨਹੀਂ ਤਾਂ ਜੇ ਅਸੀਂ ਕਰਮਾਂ ਧਰਮਾਂ ਵਿੱਚ ਪਏ ਰਹਾਂਗੇ ਅਤੇ ਅਸੀਂ ਉਸ ਪ੍ਰਭੂ ਦੇ ਦਰ 'ਤੇ ਦੋਸ਼ੀ ਠਹਿਰਾਏ ਜਾਵਾਂਗੇ। ਫਿਰ ਉਹਨਾਂ ਦੋਸ਼ਾਂ ਦੇ ਬਦਲੇ ਸਾਨੂੰ ਇਸ ਸੰਸਾਰ ਵਿੱਚ ਆਉਣਾ ਪਵੇਗਾ, ਭਟਕਣਾ ਦੇ ਵਿੱਚ ਪੈਣਾ ਪਵੇਗਾ। ਪਤਾ ਨਹੀਂ ਕਿਹੜੀ ਜੂਨ ਦੇ ਵਿੱਚ ਸਾਨੂੰ ਧਕੇਲ ਦਿੱਤਾ ਜਾਵੇ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਵਡਿਆਈ ਕਰਦਿਆਂ ਹੋਇਆਂ ਇਹ ਭੱਟ ਕਹਿੰਦੇ ਹਨ, ਭਲਿਓ ਹੁਣ ਪ੍ਰੇਮ ਰੰਗ ਪਾਈਐ, ਗੁਰਮੁਖ ਹੈ ਧਿਆਈਐ। ਸਤਿਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਚੱਲ ਕਰਕੇ, ਸੱਚ 'ਤੇ ਪਹਿਰਾ ਦਿੰਦਿਆਂ ਹੋਇਆਂ, ਸਤ ਸੰਗਤ ਕਰਦਿਆਂ ਹੋਇਆਂ, ਸ਼ੁਭ ਕਰਮ ਕਰਦਿਆਂ ਹੋਇਆਂ, ਪ੍ਰੇਮ ਦੇ ਵਿੱਚ ਆ ਕਰਕੇ ਉਸ ਮਾਲਕ ਦਾ ਸਿਮਰਨ ਕਰੀਏ। ਅਤੇ ਫਿਰ ਬਾਕੀ ਆਪਣੇ ਟੋਏ ਟਿੱਬੇ ਲਾ ਕੇ, ਆਪਣੇ ਭਰਮਾਂ ਨੂੰ, ਕਰਮਾਂ ਕਾਂਡਾਂ ਨੂੰ ਦੂਰ ਕਰਕੇ, ਹਿਰਦੇ ਵਿੱਚੋਂ ਕੱਢ ਕਰਕੇ ਕੇਵਲ ਅਤੇ ਕੇਵਲ ਇੱਕ ਮਾਲਕ ਦਾ ਸਿਮਰਨ ਕਰੀਏ, ਜੋ ਸਾਰਿਆਂ ਜੀਆਂ ਦੀ ਰੱਖਿਆ ਕਰਨ ਵਾਲਾ ਹੈ, ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਨ ਵਾਲਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਪੜ੍ਹਦੇ ਅਸੀਂ ਜ਼ਰੂਰ ਹਾਂ, ਪਰ ਫਿਰ ਅਸੀਂ ਦੂਸਰੇ ਦਾ ਬੁਰਾ ਸੋਚਦੇ ਹਾਂ ਆਪਣੇ ਭਲੇ ਵਾਸਤੇ, ਕਿ ਮੇਰਾ ਭਲਾ ਹੋ ਜਾਵੇ, ਦੂਸਰੇ ਦਾ ਬੁਰਾ ਹੁੰਦਾ ਹੈ ਅਤੇ ਹੋਣ ਦਿਓ। ਆਹ ਕਰਮਾਂ ਕਾਂਡਾਂ ਵਿੱਚ ਪੈ ਕਰਕੇ ਮੇਰਾ ਦੁੱਖ ਉਤਰ ਜਾਵੇ, ਦੂਸਰੇ ਨੂੰ ਭਾਵੇਂ ਲੱਗ ਜਾਵੇ, ਕੋਈ ਪਰਵਾਹ ਨਹੀਂ ਹੈ, ਮੈਂ ਸੁਖੀ ਹੋਣਾ ਚਾਹੀਦਾ ਹਾਂ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਭਲਿਓ ਸਾਰਿਆਂ ਜੀਵਾਂ ਦੇ ਅੰਦਰ ਉਸ ਪਰਮਾਤਮਾ ਦੀ ਅੰਸ਼ ਹੈ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲਾ ਉਹ ਹੈ। ਅਤੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਵੀ ਸਾਰਿਆਂ ਵਾਸਤੇ ਸਾਂਝਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੇ ਸੋ ਕਲਮੈ। ਜੋ ਸਤਿਗੁਰੂ ਦੇ ਹੁਕਮ ਵਿੱਚ ਆ ਕਰਕੇ, ਭਾਵੇਂ ਕੋਈ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਕਿਸੇ ਰੰਗ ਦਾ ਹੋਵੇ, ਇੱਥੇ ਕੋਈ ਭਿੰਨ ਭੇਦ ਨਹੀਂ ਹੈ। ਗੁਰਮੁਖ ਹੈ, ਨਾਮ ਜਪੈ।
ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਂਜਾ। ਉਹ ਘਟ ਘਟ ਦੇ ਅੰਦਰ ਬੈਠਾ ਹੋਇਆ ਹੈ। ਸਾਰਿਆਂ ਵਾਸਤੇ ਇਹ ਸਾਂਝਾ ਉਪਦੇਸ਼ ਹੈ, ਕੋਈ ਇੱਥੇ ਭਿੰਨ ਭੇਦ ਨਹੀਂ ਹੈ। ਗੁਰੂ ਨਾਨਕ ਦੇ ਦਰ ਦੇ ਉੱਤੇ ਅਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਸਾਨੂੰ ਹਿਰਦੇ ਵਿੱਚ ਵਸਾਉਣ ਦੀ ਜ਼ਰੂਰਤ ਹੈ। ਅਤੇ ਇਸੇ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਹਨ, ਭਲਿਓ ਇਹ ਮਨੁੱਖਾ ਜੀਵਨ ਜਿਹੜਾ ਹੈ ਬਾਰ ਬਾਰ ਨਹੀਂ ਮਿਲਣਾ। ਇਹ ਤੁਹਾਨੂੰ ਇਸੇ ਕਰਕੇ ਮਿਲਿਆ ਹੈ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਅਤੇ ਜੇ ਤੂੰ ਰਾਤ ਦਿਨ ਸੰਸਾਰ ਵਿੱਚ ਹੀ ਖਿੱਚਤ ਰਵੇਂਗਾ, ਉਹਦੀ ਮਾਇਆ ਦੀ ਪਸਾਰੀ ਵਿੱਚ ਲੱਗਾ ਰਵੇਂਗਾ, ਅਤੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਉਸ ਮਾਲਕ ਦਾ ਸਿਮਰਨ ਨਹੀਂ ਕਰੇਗਾ, ਇਹ ਤੇਰਾ ਜੀਵਨ ਵਿਅਰਥ ਚਲਿਆ ਜਾਵੇਗਾ। ਜਨਮ ਬਿਰਥਾ ਜਾਤ, ਇਹ ਵਿਅਰਥ ਚਲਿਆ ਜਾਵੇਗਾ। ਮਾਇਆ ਦੇ ਰੰਗ ਵਿੱਚ ਰੰਗੀਆਂ ਹੋਈਆਂ। ਇਸ ਕਰਕੇ ਉਸ ਮਾਲਕ ਦਾ ਸਿਮਰਨ ਕਰ ਲਓ। ਇੱਥੇ ਭੱਟ ਗੁਰੂ ਸਾਹਿਬਾਂ ਦੀ ਵਡਿਆਈ ਕਰਦਿਆਂ ਹੋਇਆਂ ਸਾਨੂੰ ਇਹੋ ਸਮਝਾ ਰਹੇ ਹਨ ਕਿ ਭਲਿਓ ਮਨ ਕਰਕੇ ਸ਼ਰਧਾ ਕਰਕੇ ਸਤ ਸੰਗਤ ਵਿੱਚ ਆਉਣ ਦੀ ਜ਼ਰੂਰਤ ਹੈ ਔਰ ਗੁਰੂ ਸਾਹਿਬਾਂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਚਿਤ ਚਿਤਵਾ ਅਰਦਾਸ ਕਹੋ ਪਰ ਕਹਿ ਪੈ ਨ ਸਕੋ, ਸਰਬ ਚਿੰਤ ਤੁਧ ਪਾਸ ਸਾਧ ਸੰਗਤ ਹਾਂ ਤਕੋ। ਮੈਂ ਸਾਧ ਸੰਗਤ ਦਾ ਆਸਰਾ ਤੱਕਦਾ ਹਾਂ, ਸਾਧ ਸੰਗਤ ਹਾਂ ਤੱਕੋ। ਮੈਨੂੰ ਇਹ ਸੋਝੀ ਆ ਗਈ ਹੈ, ਇਹ ਸਮਝ ਪੈ ਗਈ ਹੈ ਕਿ ਜਿਹੜਾ ਵੀ ਤੁਹਾਡੇ ਗੁਣ ਗਾਉਂਦਾ ਹੈ ਤੁਸੀਂ ਉਸ ਦੀਆਂ ਸਾਰੀਆਂ ਚਿੰਤਾਵਾਂ ਖਤਮ ਕਰ ਦਿੰਦੇ ਹੋ। ਸਾਰੀਆਂ ਚਿੰਤਾਵਾਂ, ਉਸ ਨੂੰ ਕੋਈ ਫਿਕਰ ਨਹੀਂ ਰਹਿਣ ਦਿੰਦੇ। ਉਹਦਾ ਜੀਵਨ ਤੁਸੀਂ ਸ਼ੁੱਧ ਕਰ ਦਿੰਦੇ ਹੋ, ਸੋਨੇ ਵਰਗਾ ਕਰ ਦਿੰਦੇ ਹੋ। ਭਵ ਸਾਗਰ ਤੋਂ ਪਾਰ ਕਰਨ ਦੇ ਤੁਸੀਂ ਉਸ ਨੂੰ ਜਾਚ ਜੁਗਤੀ ਦੱਸ ਦਿੰਦੇ ਹੋ। ਸਰਬ ਚਿੰਤ ਤੁਧ ਪਾਸ, ਤੁਸੀਂ ਜੋ ਵੀ ਤੁਹਾਡੀ ਹਜ਼ੂਰੀ ਵਿੱਚ ਆਇਆ ਤੁਸੀਂ ਸਾਰਿਆਂ ਦੇ ਦੁੱਖਾਂ ਦੀ ਨਿਵਰਤੀ ਕਰ ਦਿੱਤੀ। ਸਾਰਿਆਂ ਦੇ ਦੁੱਖਾਂ ਦੀ ਦੁੱਖ ਦਰਿਦ੍ਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਦੇ ਹੁਕਮਾਂ ਨੂੰ ਮੰਨ ਲਿਆ ਹੈ, ਤੁਸੀਂ ਉਹਨਾਂ ਨੂੰ ਪਸ਼ੂਆਂ ਵਾਲੀ ਬਿਰਤੀ ਤੋਂ, ਪ੍ਰੇਤਾਂ ਵਾਲੀ ਬਿਰਤੀ ਤੋਂ ਉਹਨਾਂ ਨੂੰ ਦੇਵਤੇ ਬਣਾ ਦਿੱਤਾ, ਦੇਵਤਿਆਂ ਵਾਲਾ ਜੀਵਨ ਬਖਸ਼ ਦਿੱਤਾ ਹੈ। ਜੇ ਕੋਈ ਰੋਗੀ ਆ ਗਿਆ, ਕੂੜੀ ਆ ਗਿਆ, ਤੁਸੀਂ ਉਸ ਕੂੜੀ ਦਾ ਦੂਰ ਕਰ ਦਿੱਤਾ, ਦੁੱਖ ਦੂਰ ਕਰ ਦਿੱਤਾ, ਉਹਦੀ ਦੇਹ ਹੀ ਕੰਚਨ ਵਰਗੀ ਕਰ ਦਿੱਤੀ, ਉਹਦਾ ਹਿਰਦਾ ਜਿਹੜਾ ਸੀ ਉਹਨੂੰ ਸ਼ੁੱਧ ਕਰ ਦਿੱਤਾ, ਉਸ ਨੂੰ ਸਮਝਾ ਦਿੱਤਾ ਇਹ ਤੇਰੇ ਕਰਮਾਂ ਦਾ ਫਲ ਹੈ, ਸਿਮਰਨ ਕਰ। ਅਤੇ ਸਿਮਰਨ ਕਰਦਿਆਂ ਕਰਦਿਆਂ ਉਹ ਸ਼ੁੱਧ ਹੋ ਗਿਆ ਅਤੇ ਗੁਰੂ ਘਰ ਦਾ ਪ੍ਰਚਾਰਕ ਬਣ ਗਿਆ, ਮਥੂ ਮੁਰਾਰੀ ਬਣ ਗਿਆ, ਮਥੂ ਮੁਰਾਰੀ। ਫਿਰ ਗੁਰੂ ਸਾਹਿਬਾਂ ਨੇ ਕਹਿ ਦਿੱਤਾ ਇਹ ਸਾਡਾ ਬੇਟਾ ਹੈ, ਸਾਡਾ ਬੇਟਾ ਹੈ। ਕੋਈ ਇਸ ਨੂੰ ਆਪਣੀ ਸੰਗਤ ਦੇ ਵਿੱਚ ਗੁਰੂ ਸਾਹਿਬਾਂ ਨੇ ਕਹਿ ਦਿੱਤਾ ਕੋਈ ਆਪਣੀ ਬੱਚੀ ਦਾ ਨਾਤਾ ਇਸ ਨੂੰ ਦੇਵੇ ਕਿਉਂਕਿ ਸਾਡਾ ਬੇਟਾ ਹੈ। ਗੁਰੂ ਅਮਰਦਾਸ ਜੀ ਮਹਾਰਾਜ ਐਸੀ ਬਖਸ਼ਿਸ਼ ਕਰਦੇ ਹਨ, ਆਪਣੇ ਬੇਟੇ ਬਣਾਉਂਦੇ ਹਨ। ਤਾਈਓ ਤਾਂ ਪੰਚਮ ਪਾਤਸ਼ਾਹ ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਣ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਤੁਹਾਨੂੰ ਸਾਰਿਆਂ ਦੀ ਚਿੰਤਾ ਹੈ, ਤੁਸੀਂ ਸਾਰਿਆਂ ਦੇ ਦੁੱਖ ਦਲਿੱਦਰ ਦੂਰ ਕਰਦੇ ਹੋ। ਤੇਰੇ ਹੁਕਮ ਪਵੈ ਨੀਸਾਨ ਤੋ ਕਰੋ ਸਹਿਬ ਕੀ ਸੇਵਾ। ਹੇ ਗੁਰੂ ਅਮਰਦਾਸ ਜੀ, ਜੇ ਤੇਰੀ ਰਜਾ ਵਿੱਚ ਪ੍ਰਵਾਨਗੀ ਮਿਲ ਜਾਏ ਤਾਂ ਮੈਂ ਮਾਲਕ ਪ੍ਰਭੂ ਦੀ ਸੇਵਾ ਕਰਾਂ। ਤੁਹਾਡੇ ਹੁਕਮ ਵਿੱਚ ਰਹਿ ਕਰਕੇ, ਤੁਹਾਡੀ ਆਗਿਆ ਵਿੱਚ ਰਹਿ ਕਰਕੇ ਮੈਂ ਉਸ ਦਾ ਸਿਮਰਨ ਕਰਦਾ ਰਵਾਂ। ਜਬ ਗੁਰ ਦੇਖੇ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ। ਜਦੋਂ ਸਤਿਗੁਰੂ ਅਮਰਦਾਸ ਮਿਹਰ ਦੀ ਨਜ਼ਰ ਨਾਲ ਤੱਕਦੇ ਹਨ ਤਾਂ ਕਰਤਾਰ ਦਾ ਨਾਮ ਰੂਪ ਫਲ ਮੂੰਹ ਵਿੱਚ ਮਿਲਦਾ ਹੈ।
ਜਗਿਆਸੂ ਜਨਾਂ ਦੇ ਹਿਰਦਿਆਂ ਨੂੰ ਸ਼ਾਂਤੀ ਆਉਂਦੀ ਹੈ। ਜਦੋਂ ਸਤਿਗੁਰੂ ਅਮਰਦਾਸ ਜੀ ਮਹਾਰਾਜ ਜੀਵਾਂ ਦੇ ਉੱਤੇ ਆਪਣੀ ਮਿਹਰਾਂ ਦੀ ਦ੍ਰਿਸ਼ਟੀ ਪਾਉਂਦੇ ਹਨ, ਮਿਹਰਾਂ ਦੀ ਦ੍ਰਿਸ਼ਟੀ। ਗੋਇੰਦਵਾਲ ਸਾਹਿਬ ਵਿਖੇ ਜਿੱਥੇ ਗੁਰੂ ਸਾਹਿਬਾਂ ਨੇ ਆ ਕਰਕੇ ਉਸ ਉਜਾੜ ਦੇ ਵਿੱਚ ਡੇਰਾ ਲਗਾ ਕਰਕੇ ਉਸ ਜਗ੍ਹਾ ਨੂੰ ਆਬਾਦ ਕੀਤਾ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹੁਕਮ ਅਨੁਸਾਰ ਉੱਥੇ ਲੋਕ ਡਰਦੇ ਸਨ, ਭੈ ਵਿੱਚ ਰਹਿੰਦੇ ਸਨ, ਉਜਾੜ ਸੀ, ਪਰ ਉਸ ਨੂੰ ਉਹ ਜਗ੍ਹਾ ਜਿਹੜੀ ਸੀ ਉਹ ਮੰਗਲਮਈ ਬਣ ਗਈ। ਉਹ ਜਗ੍ਹਾ ਜਿਹੜੀ ਸੀ ਪਵਿੱਤਰ ਹੋ ਗਈ, ਕਿਉਂਕਿ ਗੁਰੂ ਸਾਹਿਬਾਂ ਦੇ ਚਰਨ ਪੈ ਗਏ। ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਅਤੇ ਉੱਥੋਂ ਦੇ ਜੀਵ ਜਿਹੜੇ ਸਨ, ਰਹਿਣ ਵਾਲੇ ਜਿਹੜੇ ਸਨ, ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ। ਉਹ ਗੋਇੰਦਵਾਲ ਸਾਹਿਬ ਬਣ ਗਏ, ਗੋਇੰਦਵਾਲ ਸਾਹਿਬ, ਔਰ ਸਿੱਖੀ ਦਾ ਧੁਰਾ ਬਣ ਗਿਆ ਗੋਇੰਦਵਾਲ ਸਾਹਿਬ। ਸਤਿਗੁਰੂ ਮਹਾਰਾਜ ਦੇ ਚਰਨ ਪਾਉਣ ਦੇ ਨਾਲ ਉੱਥੋਂ ਦਾ ਜਰਾ ਜਰਾ ਜਿਹੜਾ ਸੀ ਉਹ ਪਵਿੱਤਰ ਹੋ ਗਿਆ। ਤੇ ਜਬ ਗੁਰ ਦੇਖੈ ਸਭ ਦਿਸ਼ਟ, ਨਾਮ ਕਰਤਾ ਮੁਖ ਮੇਵਾ, ਅਗਮ ਅਲਖ ਕਾਰਨ ਪੁਰਖ, ਜੋ ਫਰਮਾਵੈ ਸੋ ਕਹੋ। ਗੁਰ ਅਮਰਦਾਸ ਕਾਰਨ ਕਰਣ, ਜਿਵ ਤੂੰ ਰੱਖੈ ਤਿਵ ਰਹੋ। ਅਗਮ, ਹੇ ਅਗਮ, ਹਰੀ ਰੂਪ ਸਤਿਗੁਰੂ ਫਰਮਾਵੈ ਤੂੰ ਹੁਕਮ ਕਰਦਾ ਹੈ। ਅਗਮ ਅਲਖ, ਅਲਖ ਨਾ ਲਖੇ ਜਾਣ ਵਾਲਾ ਅਕਾਲ ਪੁਰਖ ਵਾਹਿਗੁਰੂ, ਤੁਸੀਂ ਉਸ ਦਾ ਰੂਪ ਹੋ। ਹੇ ਅਗਮ ਰੂਪ ਸਤਿਗੁਰੂ, ਹੇ ਅਲਖ ਹਰੀ ਰੂਪ ਸਤਿਗੁਰੂ, ਹੇ ਕਰਨ ਪੁਰਖ, ਕਾਰਨ ਪੁਰਖ ਰੂਪ ਗੁਰੂ ਅਮਰਦਾਸ ਜੀ ਮਹਾਰਾਜ, ਕਰਨ ਕਾਰਨ ਸਮਰੱਥ ਹੋ। ਤੁਹਾਡੇ ਵਿੱਚ, ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਕੋਈ ਫਰਕ ਨਹੀਂ ਹੈ। ਤੁਹਾਡੇ 'ਤੇ ਉਹਨਾਂ ਦੀ ਮਿਹਰ ਹੈ, ਤੁਹਾਡੇ ਵਾਸਤੇ ਉਹਨਾਂ ਨੇ ਸਾਰੇ ਭੰਡਾਰੇ ਖੋਲ੍ਹੇ ਹੋਏ ਹਨ। ਜੋ ਤੂੰ ਹੁਕਮ ਕਰਦਾ ਹੈ ਮੈਂ ਸੋਈ ਆਖਦਾ ਹਾਂ। ਗੁਰ ਅਮਰਦਾਸ ਕਾਰਨ ਕਰਨ, ਜਿਵ ਤੂੰ ਰੱਖੈ ਤਿਵ ਰਹੋ, ਜੋ ਫਰਮਾਵੈ ਸੋ ਕਹੋ। ਇਹ ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਜੀ ਮਹਾਰਾਜ, ਅਸੀਂ ਆਪਣੀ ਅਕਲ ਦੇ ਨਾਲ ਕੁਛ ਨਹੀਂ ਕਹਿ ਰਹੇ। ਜੋ ਤੁਸੀਂ ਕਹਾ ਰਹੇ ਹੋ, ਜੋ ਤੁਸੀਂ ਹੁਕਮ ਕਰਦੇ ਹੋ, ਮੈਂ ਉਹੋ ਹੀ ਕਹਿ ਰਿਹਾ ਹਾਂ। ਜਗਿਆਸੂਆਂ ਦੇ ਭਲੇ ਵਾਸਤੇ, ਸ੍ਰਿਸ਼ਟੀ ਦੇ ਭਲੇ ਵਾਸਤੇ, ਤੁਹਾਡੇ ਹੁਕਮ ਵਿੱਚ ਵਿਚਰਦਿਆਂ ਹੋਇਆਂ, ਤੁਹਾਡੀ ਆਗਿਆ ਵਿੱਚ ਵਿਚਰਦਿਆਂ ਹੋਇਆਂ ਮੈਂ ਇਹ ਬਚਨ ਕਹਿ ਰਿਹਾ ਹਾਂ। ਗੁਰ ਅਮਰਦਾਸ ਕਾਰਨ ਕਰਨ, ਜਿਵ ਤੂੰ ਰੱਖੈ ਤਿਵ ਰਹੋ। ਹੇ ਸ੍ਰਿਸ਼ਟੀ ਦੇ ਕਰਤਾ ਰੂਪ ਗੁਰੂ ਅਮਰਦਾਸ ਜੀ ਮਹਾਰਾਜ, ਜਿਵੇਂ ਤੂੰ ਮੈਨੂੰ ਰੱਖਦਾ ਹੈ ਤਿਵੇਂ ਮੈਂ ਰਹਿੰਦਾ ਹਾਂ। ਇਹ ਪਿਛਲੇ ਜਿਹੜੇ ਸਵਈਏ ਹੋਏ ਹਨ, ਇਹ ਭੱਟ ਕੀਰਤ ਦੇ ਉਚਾਰੇ ਹੋਏ ਹਨ। ਇਹ 4 ਸਵਈਏ ਹਨ, ਭੱਟ ਕੀਰਤ ਜੀ ਦੇ ਹਨ, ਔਰ 11 ਭੱਟ ਹੋਏ ਹਨ। 11 ਭੱਟਾਂ ਦੇ ਵਿੱਚੋਂ ਇਸ ਭੱਟ ਦੇ ਉੱਤੇ ਵੀ ਗੁਰੂ ਸਾਹਿਬਾਂ ਦੀ ਅਪਾਰ ਬਖਸ਼ਿਸ਼, ਰਹਿਮਤ, ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਔਰ ਗੁਰੂ ਸਾਹਿਬਾਂ ਦੀ ਉਸਤਤੀ ਦੇ ਵਿੱਚ ਇਹਨਾਂ ਨੇ ਆਪਣੇ ਮੁਖ ਤੋਂ ਗੁਰੂ ਸਾਹਿਬਾਂ ਦੀ ਆਗਿਆ ਵਿੱਚ ਰਹਿ ਕਰਕੇ ਗੁਰੂ ਸਾਹਿਬਾਂ ਦੇ ਦਰਬਾਰ ਦੀ ਮਹਿਮਾ ਨੂੰ ਦੇਖਦਿਆਂ ਹੋਇਆਂ ਇਹ ਵਡਿਆਈ ਕੀਤੀ ਕਿ ਹੇ ਜਗਿਆਸੂ ਜਨੋ, ਜਿਹੜੇ ਵੀ ਪ੍ਰਾਣੀ ਸਤਿਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ ਮੰਨ ਲੈਣਗੇ ਉਹ ਇਸ ਭਵ ਸਾਗਰ ਤੋਂ ਪਾਰ ਹੋ ਜਾਣਗੇ। ਇਸ ਕਰਕੇ ਗੁਰੂ ਸਾਹਿਬਾਂ ਦੇ ਹੁਕਮ ਵਿੱਚ ਰਹਿ ਕਰਕੇ, ਆਗਿਆ ਵਿੱਚ ਰਹਿ ਕਰਕੇ, ਔਰ ਧਰਮ ਦੀ ਕਿਰਤ ਕਰਦਿਆਂ ਹੋਇਆਂ, ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਹੋਇਆਂ, ਨਾਮ ਬਾਣੀ ਦੇ ਨਾਲ ਜੁੜਿਆ ਹੋਇਆਂ, ਔਰ ਇਸ ਸੰਸਾਰ ਵਿੱਚ ਪ੍ਰੇਮ ਦੇ ਨਾਲ ਰਹਿੰਦਿਆਂ ਹੋਇਆਂ, ਕਿਉਂਕਿ ਸਾਰੇ ਹੀ ਉਸ ਪ੍ਰਭੂ ਦੇ ਬਣਾਏ ਹੋਏ ਹਨ। ਜੇਕਰ ਤੁਸੀਂ ਸਿਮਰਨ ਕਰੋਗੇ ਤੁਹਾਡਾ ਜੀਵਨ ਵੀ ਸਫਲਾ ਹੋ ਜਾਵੇਗਾ। ਗੁਰੂ ਸਾਹਿਬਾਂ ਦੇ ਪਾਵਨ ਬਚਨਾਂ ਦੇ ਵਿਚਾਰ ਕਰਦਿਆਂ ਹੋਇਆਂ ਦਾਸ ਕੋਲੋਂ ਤੁਸ ਬੁੱਧੀ ਅਨੁਸਾਰ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸਤਿਗੁਰੂ ਮਹਾਰਾਜ ਜੀ ਦੀ ਸੰਗਤ ਬਖਸ਼ਣ ਯੋਗ ਹੈ। ਅੱਗੇ ਤੋਂ ਸੁਧ ਵਿਚਾਰ ਕਰਨ ਦੀ ਬਲ ਬੁੱਧੀ ਸਮਤ ਬਖਸ਼ਿਸ਼ ਕਰਨ, ਸਰਬਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਣ, ਔਰ ਸਰਬਤ ਸੰਗਤ ਦਾ ਹਾਰਦਿਕ ਧੰਨਵਾਦ ਜਿਨ੍ਹਾਂ ਨੇ ਬੈਠ ਕਰਕੇ ਸੁਣਿਆ ਹੈ। ਆਓ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ